ਨਾਨਕਸਰ ਭਗਤੀ ਦਾ ਘਰ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਮਾਲਵੇ ਦੀ ਧਰਤੀ। ਇੱਥੇ ਬਾਬਾ ਨੰਦ ਸਿੰਘ ਜੀ ਨੇ ਦੁੱਖਾਂ ਤੋਂ ਮੁਕਤੀ ਦਾ ਘਰ ਭਾਵ ਨਾਨਕਸਰ ਦੀ ਸਥਾਪਨਾ ਕੀਤੀ। ਗੁਰਦੁਆਰਾ ਨਾਨਕਸਰ ਜਗਰਾਉਂ ਤੋਂ ਮੋਗੇ ਜਾਣ ਵਾਲੀ ਸੜਕ ਤੇ ਜਗਰਾਉਂ ਤੋਂ 5 ਅਤੇ ਮੋਗੇ ਲੁਧਿਆਣੇ ਵੱਲ ਨੂੰ 25 ਕਿਲੋਮੀਟਰ ਦੀ ਦੂਰੀ ਤੇ ਹੈ। ਗੁਰਮਤਿ ਦਾ ਪ੍ਰਚਾਰ ਕਰਦੇ ਹੋਏ 13 ਭਾਦੋਂ 1943 ਨੂੰ ਬਾਬਾ ਨੰਦ ਸਿੰਘ ਜੀ ਸੱਚਖੰਡ ਜਾ ਬਿਰਾਜੇ ਸਨ। ਉਹਨਾਂ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਨੇ ਇਸ ਅਸਥਾਨ ਦੀ ਸੇਵਾ ਸੰਭਾਲੀ। ਉਹਨਾਂ ਜਿੱਥੇ ਦਿਨ ਰਾਤ ਇੱਕ ਕਰਕੇ ਪ੍ਰਚਾਰ ਕੀਤਾ, ਨਾਲ-ਨਾਲ ਨਾਨਕਸਰ ਕਲੇਰਾਂ ਵਿਖੇ ਸ਼੍ਰੀ ਸੱਚਖੰਡ ਸਾਹਿਬ, ਸ਼ੀਸ਼ ਮਹਿਲ, ਭੋਰਾ ਸਾਹਿਬ ਅਤੇ ਸਰੋਵਰ ਦਾ ਨਿਰਮਾਣ ਕਰਵਾਇਆ। ਇਸ ਤੋਂ ਇਲਾਵਾ ਉਹਨਾਂ ਨੇ ਨਾਨਕਸਰ ਤੋਂ ਜੀਟੀ ਰੋਡ ਤੱਕ ਪੱਕੀ ਸੜਕ ਅਤੇ ਰੇਲਵੇ ਸਟੇਸ਼ਨ ਵੀ ਬਣਵਾਇਆ। ਇਸ ਤਰ੍ਹਾਂ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਬਾਬਾ ਈਸ਼ਰ ਸਿੰਘ ਜੀ 6 ਅਕਤੂਬਰ 1963 ਨੂੰ ਸਰੀਰਕ ਝੋਲਾ ਬਦਲ ਗਏ। ਉਹਨਾਂ ਤੋਂ ਬਾਅਦ ਉਹਨਾਂ ਦੇ ਮੁੱਖ ਹਜ਼ੂਰੀ ਸੇਵਾਦਾਰ ਬਾਬਾ ਸਾਧੂ ਸਿੰਘ ਜੀ ਨੇ ਇਹ ਸੇਵਾ ਸੰਭਾਲੀ ਅਤੇ ਵੱਡੇ ਮਹਾਪੁਰਸ਼ਾਂ ਵੱਲੋਂ ਚਲਾਈ ਸਿੱਖੀ ਪ੍ਰਚਾਰ ਦੀ ਲਹਿਰ ਨੂੰ ਹੋਰ ਵੀ ਪ੍ਰਚੰਡ ਕੀਤਾ। ਉਹਨਾਂ ਦੇਸ਼ ਵਿਦੇਸ਼ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਨਾਨਕਸਰ ਵਿੱਚ ਕਈ ਵਿਕਾਸ ਕਾਰਜ ਵੀ ਕਰਵਾਏ। ਬਾਬਾ ਲੱਖਾ ਸਿੰਘ ਜੀ ਦੀ ਸ਼ਰਧਾ ਭਾਵਨਾ ਅਤੇ ਯੋਗਤਾ ਨੂੰ ਵੇਖਦੇ ਹੋਏ ਬਾਬਾ ਸਾਧੂ ਸਿੰਘ ਜੀ ਨੇ ਇਹਨਾਂ ਨੂੰ 5 ਅਕਤੂਬਰ 2001 ਵਿੱਚ ਆਪਣਾ ਉੱਤਰਾਧਿਕਾਰੀ ਬਣਨ ਦਾ ਸੁਭਾਗ ਬਖਸ਼ਿਆ। ਬਾਬਾ ਲੱਖਾ ਸਿੰਘ ਜੀ ਨੇ ਸੰਗਤਾਂ ਦੀ ਜ਼ਰੂਰਤਾਂ ਨੂੰ ਵੇਖਦੇ ਹੋਏ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਇੱਕ ਚੈਰੀਟੇਬਲ ਹਸਪਤਾਲ ਬਣਵਾਇਆ, ਜਿਸ ਵਿੱਚ ਲੋੜਵੰਦ, ਬੇਸਹਾਰਾ ਅਤੇ ਗਰੀਬਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਹਰ ਪੂਰਨਮਾਸ਼ੀ ਤੇ ਹੋਰ ਸਮਾਗਮਾਂ ਤੇ ਗੰਭੀਰ ਬਿਮਾਰੀਆਂ ਦੇ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਹਸਪਤਾਲ ਦੀ ਸੇਵਾ ਤੋਂ ਬਾਅਦ ਬਾਬਾ ਲੱਖਾ ਸਿੰਘ ਜੀ ਨੇ ਸੰਗਤਾਂ ਦੀ ਸਹੂਲਤ ਲਈ ਮੁੱਖ ਸੱਚਖੰਡ ਦੇ ਸਾਹਮਣੇ ਇੱਕ ਬਹੁਤ ਹੀ ਵਿਸ਼ਾਲ ਅਤੇ ਸੁੰਦਰ ਦੀਵਾਨ ਹਾਲ ਬਣਵਾਇਆ, ਜਿੱਥੇ ਸੰਗਤਾਂ ਮੌਸਮ ਤੋਂ ਬੇਫਿਕਰ ਇਕਾਗਰਚਿਤ ਬੈਠ ਕੇ ਸਤਸੰਗ ਦਾ ਲਾਹਾ ਲੈਂਦੀਆਂ ਹਨ। ਪਰਉਪਕਾਰੀ ਬਿਰਤੀ ਬਾਬਾ ਲੱਖਾ ਸਿੰਘ ਜੀ ਨੇ ਇਸ ਤੋਂ ਫੌਰਨ ਬਾਅਦ ਨਾਨਕਸਰ ਦੇ ਕੋਲ ਦੀ ਲੰਘ ਰਹੀ ਬਦਬੂਦਾਰ ਨਾਲੀ ਨੂੰ ਅੰਡਰਗਰਾਉਂਡ ਕਰਵਾ ਕੇ ਉਸ ਉੱਪਰ ਸੋਹਣੇ ਖੁਸ਼ਬੂਦਾਰ ਪੌਦੇ ਲਗਵਾ ਕੇ ਨਾਨਕਸਰ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ। ਇਸ ਤੋਂ ਇਲਾਵਾ ਬਾਬਾ ਜੀ ਸਮਾਜਿਕ ਕਲਿਆਣ ਅਤੇ ਦੇਸ਼ ਸੇਵਾ ਲਈ ਹਮੇਸ਼ਾ ਕਾਰਜਸ਼ੀਲ ਰਹਿੰਦੇ ਹਨ। ਬਾਬਾ ਜੀ ਵੱਲੋਂ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੌਦੇ ਲਗਾਏ ਗਏ ਅਤੇ ਹੋਰ ਵੀ ਲਗਾਏ ਜਾ ਰਹੇ ਹਨ। ਇਸ ਪਰਉਪਕਾਰੀ ਸੋਮੇ ਵਿੱਚੋਂ ਇੱਕ ਹੋਰ ਫੁਹਾਰਾ ਫੁੱਟਿਆ, ਜਿਸ ਨਾਲ ਨਾਨਕਸਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖ ਆਸਣਾ ਅਤੇ ਸੰਗਤਾਂ ਦੇ ਭਜਨ ਬੰਦਗੀ ਲਈ ਵਾਹਿਗੁਰੂ ਨਿਵਾਸ ਬਿਲਡਿੰਗ ਤਿਆਰ ਹੋਈ। ਬਾਬਾ ਨੰਦ ਸਿੰਘ ਜੀ ਦੇ ਤਪ ਅਸਥਾਨ ਸ੍ਰੀ ਸਰਦਖਾਨਾ ਨੂੰ ਹੋਰ ਸੁੰਦਰ ਬਣਾਇਆ ਗਿਆ। ਬਜ਼ੁਰਗਾਂ ਦੀ ਸੇਵਾ ਸੰਭਾਲ ਲਈ ਸਰੋਵਰ ਦੇ ਕੰਢੇ ਇੱਕ ਵਿਸ਼ਾਲ ਬਿਰਧ ਆਸ਼ਰਮ ਤਿਆਰ ਕਰਵਾਇਆ ਗਿਆ। ਜਿਵੇਂ ਸੂਰਜ ਅਤੇ ਚੰਦਰਮਾ ਦੀ ਰੌਸ਼ਨੀ ਦਾ ਕੋਈ ਸਿਰਾ ਨਹੀਂ ਹੁੰਦਾ, ਜਿਵੇਂ ਸਮੁੰਦਰ ਦੇ ਪਾਣੀ ਵਿੱਚੋਂ ਉੱਠਦੀਆਂ ਬੇਸ਼ੁਮਾਰ ਲਹਿਰਾਂ ਦਾ ਕੋਈ ਅੰਤ ਨਹੀਂ, ਜਿਵੇਂ ਪਰਮਾਤਮਾ ਦੀਆਂ ਅਨੰਤ ਬਖਸ਼ਿਸ਼ਾਂ ਦੀ ਕੋਈ ਸੀਮਾ ਨਹੀਂ, ਉਸੇ ਤਰ੍ਹਾਂ ਸੰਤ ਬਾਬਾ ਸਾਧੂ ਸਿੰਘ ਜੀ ਦੇ ਗੁਰੂ ਦੀ ਮਿਹਰ ਸਦਕਾ ਕੀਤੇ ਪਰਉਪਕਾਰਾਂ ਦਾ ਵੀ ਕੋਈ ਅੰਤ ਨਹੀਂ ਹੈ। ਆਖਰ ਮਨੁੱਖਤਾ ਦੇ ਉੱਪਰ ਬਹੁਪੱਖੀ ਪਰਉਪਕਾਰ ਕਰਦਿਆਂ ਸੰਤ ਬਾਬਾ ਸਾਧੂ ਸਿੰਘ ਜੀ 15 ਮਈ 2009 ਨੂੰ 1:13 ਤੇ ਸਰੀਰਕ ਝੋਲਾ ਬਦਲ ਕੇ ਜੋਤ ਰੂਪ ਹੋ ਗਏ। ਬੇਸ਼ੱਕ ਬਾਬਾ ਸਾਧੂ ਸਿੰਘ ਜੀ ਨੇ ਆਪਣੀ ਮੌਜੂਦਗੀ ਵਿੱਚ ਬਾਬਾ ਲੱਖਾ ਸਿੰਘ ਜੀ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਦਿੱਤਾ ਸੀ। ਉਹਨਾਂ ਦੀ ਅੰਤਮ ਅਰਦਾਸ ਤੋਂ ਬਾਅਦ ਸਮੁੱਚੇ ਪੰਥ ਵੱਲੋਂ 5 ਸਿੰਘ ਸਾਹਿਬਾਨ ਨੇ ਦਸਤਾਰ ਸਜਾ ਕੇ ਸੰਤ ਬਾਬਾ ਸਾਧੂ ਸਿੰਘ ਜੀ ਦੀ ਜਗ੍ਹਾ ਤੇ ਨਾਨਕਸਰ ਸੰਪਰਦਾਇ ਦੇ ਚੌਥੇ ਮੁਖੀ ਥਾਪ ਦਿੱਤਾ।
ਬਾਬਾ ਜੀ ਨੇ ਸੇਵਾ ਅਤੇ ਸਿਮਰਨ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਆਪਣੇ ਸੇਵਾ ਕਾਰਜਾਂ ਵਿੱਚ ਇੱਕ ਹੋਰ ਵਾਅਦਾ ਕੀਤਾ। ਉਹਨਾਂ ਨਾਨਕਸਰ ਕਲੇਰਾਂ ਵਿਖੇ ਬਾਬਾ ਨੰਦ ਸਿੰਘ ਜੀ ਦੁਆਰਾ ਲਗਵਾਈ ਬਾਉਲੀ ਨੂੰ ਗੁਰਦੁਆਰਾ ਬਾਉਲੀ ਸਾਹਿਬ ਦਾ ਰੂਪ ਦੇ ਕੇ ਇੱਕ ਗੁਰਮਤ ਪ੍ਰਚਾਰ ਕੇਂਦਰ ਦੀ ਸਥਾਪਨਾ ਕੀਤੀ, ਜਿੱਥੇ ਸਮੇਂ ਅਨੁਸਾਰ ਨੌਜਵਾਨ ਬੱਚੇ ਅਤੇ ਬੱਚੀਆਂ ਲਈ ਗੁਰਮਤ ਸੰਗੀਤ, ਕਥਾਵਾਚਕ ਅਤੇ ਨਾਲੋਂ ਨਾਲ ਸਿਲਾਈ ਕਢਾਈ ਆਦਿ ਦੀ ਜਾਣਕਾਰੀ ਲਈ ਵਿਸ਼ੇਸ਼ ਕੈਂਪ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ ਬਾਬਾ ਜੀ ਵੱਲੋਂ ਗੁਰਦੁਆਰਾ ਸਾਰਾਗੜੀ ਸਾਹਿਬ ਫਿਰੋਜ਼ਪੁਰ, ਈਸ਼ਰਧਾਮ ਨਾਨਕਸਰ ਹਰੀਕੇ, ਨਾਨਕਸਰ ਚੰਡੀਗੜ੍ਹ, ਕਰੋਲ ਦਾ ਟਿੱਬਾ ਸੋਲਨ ਵਿਖੇ ਸੇਵਾਵਾਂ ਨਿਰੰਤਰ ਜਾਰੀ ਹਨ, ਜਿੱਥੇ ਬਾਬਾ ਜੀ ਸਮਾਜ ਭਲਾਈ ਦੇ ਅਨੰਤ ਕਾਰਜ ਕਰਦੇ ਹਨ। ਉਹਨਾਂ ਵਿੱਚ ਬੱਚਿਆਂ ਦੀ ਵਿੱਦਿਆ ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਪਿੰਡ ਦੇ ਉਹ ਬੱਚੇ ਜੋ ਗਰੀਬੀ ਕਰਕੇ ਪੜ੍ਹਨੋਂ ਅਸਮਰਥ ਹਨ, ਉਹਨਾਂ ਨੂੰ ਸਕੂਲੀ ਵਰਦੀਆਂ, ਕਿਤਾਬਾਂ, ਕਾਪੀਆਂ ਅਤੇ ਫੀਸਾਂ ਦੇ ਕੇ ਵਿੱਦਿਆ ਪ੍ਰਾਪਤੀ 'ਚ ਮਾਇਕ ਸਹਾਇਤਾ ਕੀਤੀ ਜਾਂਦੀ ਹੈ। ਬੱਚਿਆਂ ਨੂੰ ਮੌਜੂਦਾ ਉਸਾਰੂ ਤੇ ਸੁਚਾਰੂ ਵਿੱਦਿਆ ਦੇਣ ਲਈ ਪਿੰਡ ਹਲਵਾਰਾ ਵਿਖੇ ਇੱਕ ਬਹੁਤ ਹੀ ਵਧੀਆ ਸਮੇਂ ਦਾ ਹਾਣੀ ਸਕੂਲ ਸ਼ੁਰੂ ਕੀਤਾ ਗਿਆ ਹੈ, ਜਿੱਥੇ ਬੱਚਿਆਂ ਨੂੰ ਮਿਹਨਤੀ ਸਟਾਫ ਵੱਲੋਂ ਉਚੇਰੀ ਵਿੱਦਿਆ ਦੇ ਨਾਲ ਸਮਾਰਟ ਕਲਾਸ, ਗੁਰਮਤ ਕਲਾਸ ਅਤੇ ਗੱਤਕਾ ਦੀ ਸਿਖਲਾਈ ਦਿੱਤੀ ਜਾਂਦੀ ਹੈ। ਨਸ਼ਿਆਂ ਦੇ ਦਰਿਆ ਵਿੱਚ ਰੁੜਦੀ ਜਾ ਰਹੀ ਪੰਜਾਬ ਦੀ ਜਵਾਨੀ ਬਚਾਉਣ ਲਈ ਥਾਂ-ਥਾਂ ਜਾਗਰੂਕਤਾ ਕੈਂਪ ਅਤੇ ਨਸ਼ਾ ਛੁਡਾਊ ਕੈਂਪ ਲਗਾਏ ਜਾਂਦੇ ਹਨ। ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਲਈ ਪਹਾੜੀ ਇਲਾਕਿਆਂ ਵਿੱਚ ਯੂਥ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਅਤੇ ਪਿੰਡਾਂ ਵਿੱਚ ਹਾਕੀ, ਕਬੱਡੀ ਤੇ ਕੁਸ਼ਤੀਆਂ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ। ਹਰ ਮਹੀਨੇ ਗਰੀਬਾਂ ਨੂੰ ਮੁਫਤ ਰਾਸ਼ਨ ਵੰਡਣਾ, ਗਰੀਬ ਬੱਚਿਆਂ ਦੇ ਵਿਆਹ ਕਰਵਾਉਣ ਵਰਗੇ ਕਾਰਜ ਵੀ ਬਾਬਾ ਲੱਖਾ ਸਿੰਘ ਜੀ ਦੀ ਅਗਵਾਈ ਵਿੱਚ ਕਰਵਾਏ ਜਾਂਦੇ ਹਨ। ਬਾਬਾ ਜੀ ਆਪ ਗੁਰਬਾਣੀ ਕੀਰਤਨ ਦੇ ਰਸੀਏ ਹਨ। ਉਹ ਦੇਸ਼ ਵਿਦੇਸ਼ ਵਿੱਚ ਚਰਨ ਚਲੋ ਮਾਰਗ ਗੋਬਿੰਦ ਲੜੀ ਤਹਿਤ ਗੁਰਮਤ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਦੇ ਨਿਰੰਤਰ ਉਪਰਾਲੇ ਕਰਦੇ ਰਹਿੰਦੇ ਹਨ। ਆਓ ਵੇਖੀਏ ਨਾਨਕਸਰ ਵਿਖੇ ਅਲੌਕਿਕ ਨਗਰ ਕੀਰਤਨ ਦੇ ਦ੍ਰਿਸ਼। ਨਾਨਕਸਰ ਵਿਖੇ ਪੱਕੇ ਤੌਰ ਤੇ 500 ਸੇਵਾਦਾਰ ਰਹਿੰਦੇ ਹਨ, ਜਿਨ੍ਹਾਂ ਦੀ ਰਿਹਾਇਸ਼ ਲਈ ਬਹੁਤ ਸੁੰਦਰ ਕਮਰੇ ਬਣੇ ਹੋਏ ਹਨ। ਯਾਤਰੂ ਸੰਗਤਾਂ ਦੀ ਰਿਹਾਇਸ਼ ਦਾ ਵਧੀਆ ਪ੍ਰਬੰਧ ਹੈ। ਤਕਰੀਬਨ 50 ਏਸੀ ਕਮਰੇ, 250 ਕੂਲਰ ਵਾਲੇ ਕਮਰੇ ਅਤੇ 200 ਆਮ ਕਮਰਿਆਂ ਤੋਂ ਇਲਾਵਾ ਕੁਝ ਸਰਾਵਾਂ ਵੀ ਬਣੀਆਂ ਹੋਈਆਂ ਹਨ। ਨਾਨਕਸਰ ਵਿੱਚ ਬਣਿਆ ਸੁੰਦਰ ਬਗੀਚਾ ਹਰ ਆਉਣ ਵਾਲੇ ਸ਼ਰਧਾਲੂ ਦਾ ਮਨ ਮੋਹ ਲੈਂਦਾ ਹੈ। ਅੱਜ ਵੀ ਨਾਨਕਸਰ ਕਲੇਰਾਂ ਦੇ ਖੇਤਰ ਵਿੱਚ ਕੋਈ ਲੰਗਰ ਨਹੀਂ ਪੱਕਦਾ।
ਗੁਰੂ ਸਾਹਿਬ ਅੱਗੇ ਕੋਈ ਚੜਾਵਾ ਨਹੀਂ ਚੜ੍ਹਦਾ ਤਾਂ ਵੀ ਸੰਗਤਾਂ ਵੱਲੋਂ ਪੱਕ ਕੇ ਆਂਦੇ ਲੰਗਰ ਵਿੱਚ ਕੋਈ ਕਮੀ ਨਹੀਂ ਆਉਂਦੀ। ਅੱਜ ਵੀ ਇੱਥੇ ਸਰਬੱਤ ਦੇ ਭਲੇ ਲਈ ਹਰ ਵੇਲੇ ਅਰਦਾਸ ਕੀਤੀ ਜਾਂਦੀ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ।